ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੈ। ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ। ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ। ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ। ਕਦੇ ਨਾ ਵਿਸਾਰੀ ਅਨ ਦਿਨ ਸੰਭਾਰੀ ਜਾਂ ਨਾਮ ਲਈ ਤਾਂ ਜੀਵਾ। ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ। ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ। ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ। ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜੀਉ। ਅਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ। ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ। ਹਲਤ ਪਲਤ ਸ਼ੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ।
ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਓ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜੀਓ। ਮਾਇਆ ਦੁਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛੁਤਾਵੇ। ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲਤਰ ਮਾਇਆ ਤੁਹਿਆ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਇਆ ਜੀਓ। ਸਦਾ ਰਹਿ ਕਰ ਜੋੜ, ਪ੍ਰਭ ਮਨ ਭਾਇਆ ਜੀਓ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਅਨ ਦਿਨ ਜਪਤ ਰਹਿ ਦਿਨ ਰਾਤੀ, ਸਹਜੇ ਨਾਮ ਧਿਆਇਆ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਵੇ ਜੀਓ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਹਮ ਅਵਗਣ ਭਰੈ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ।
ਮਾਇਆ ਮੋਹ ਭਰਮ ਪੈ ਭੁੱਲੈ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ, ਅਹੰਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ ਇਕ ਓੰਕਾਰ, ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਗਸੈ ਸਦਾ ਆਏ ਭਾਵੈ। ਅਹੰਕਾਰ ਹਉ ਮੈਂ ਤਜੈ ਮਾਇਆ, ਸਹਿਜ ਨਾਮ ਸਮਾਵੈ। ਆਪ ਕਰਤਾ ਕਰੇ ਸੋਈ, ਆਪ ਦੇ ਤਾ ਪਾਈਐ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਆਪ ਕਰਤਾ ਕਰੇ ਸੋਈ, ਆਪ ਦੇ ਤਾ ਪਾਈਐ। ਹਰ ਜੀਉ ਕਿਰਪਾ ਕਰੇ, ਤਾ ਨਾਮ ਧਿਆਈਐ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਮਿਹਰ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਖੇ ਆਪਣੇ ਤਖਤ ਤੇ ਬਿਰਾਜਮਾਨ ਹੋ ਕਰਕੇ ਸਤਿਗੁਰੂ ਜੀ ਨੇ ਜੋ ਅੱਜ ਦਾ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦਾ ਮੂਲ ਪਾਠ ਆਪ ਜੀ ਨੇ ਬਹੁਤ ਅਦਬ ਸਤਿਕਾਰ ਸਹਿਤ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ।
ਆਪ ਸੰਗਤਾਂ ਧੰਤਾ ਦੇ ਯੋਗ ਹੋ, ਵੱਡੇ ਭਾਗਾਂ ਵਾਲੇ ਹੋ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ, ਦੀਵਾਨ ਹਾਲ, ਮੰਜੀ ਸਾਹਿਬ ਵਿਖੇ ਚੱਲ ਰਹੀ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਹਰ ਰੋਜ਼ ਨਿਤਾ ਪ੍ਰਤੀ ਮੁੱਖ ਵਾਕ ਦੀ ਕਥਾ ਸਰਵਣ ਕਰਦੇ ਹੋ। ਅੱਜ ਦਾ ਜੋ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਧੰਨ ਧੰਨ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਜੀਵਨ ਮਨੋਰਥ ਹੈ। 84 ਲੱਖ ਜੂਨਾਂ ਦੇ ਵਿੱਚੋਂ ਉਪਰੰਤ ਇਹ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਥੋੜਾ ਜਿਹਾ ਧਿਆਨ ਮਾਰ ਕੇ ਵੇਖੀਏ, ਜੋ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਇਸ ਦਾ ਮੁੱਖ ਮੰਤਵ ਕੀ ਹੈ? ਪਰਮਾਤਮਾ ਨੇ ਸਾਨੂੰ ਸੰਸਾਰ ਦੇ ਉੱਤੇ ਭੇਜਿਆ ਹੈ। ਇਸ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਬਹੁਤ ਵਾਰੀ ਅਸੀਂ ਆਏ, ਪਰ ਵੱਖਰੀਆਂ ਵੱਖਰੀਆਂ ਜੂਨਾਂ ਦੇ ਵਿੱਚ ਆਏ। ਕਦੇ ਕੀੜੇ ਮਕੌੜੇ ਬਣ ਕੇ ਆਏ, ਕਦੇ ਪੱਥਰ ਬਣ ਕੇ ਆਏ, ਕਦੇ ਦਰਖਤ ਬਣ ਕੇ ਆਏ, ਕਦੇ ਪਸ਼ੂ ਬਣ ਕੇ ਆਏ। ਸਾਡੀਆਂ ਅਰਦਾਸਾਂ ਕਬੂਲ ਹੋਈਆਂ, ਬੇਨਤੀਆਂ ਕਬੂਲ ਹੋਈਆਂ। ਸਾਨੂੰ ਸਤਿਗੁਰੂ ਜੀ ਨੇ ਇਹ ਮਨੁੱਖਾ ਜਨਮ ਬਖਸ਼ਿਸ਼ ਕਰ ਦਿੱਤਾ ਹੈ। ਮਨੁੱਖਾ ਜਨਮ ਦਾ ਮੰਤਵ ਕੀ ਹੈ, ਮਨੋਰਥ ਕੀ ਹੈ? ਵਾਸਤਵ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਕਰਨਾ, ਪ੍ਰਭੂ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਉਣਾ ਜੀਵਨ ਦਾ ਮਨੋਰਥ ਹੈ। ਸੰਸਾਰ ਵਿੱਚ ਆਇਓ ਸੁਣਨ ਪੜ੍ਹਨ ਕੋ ਬਾਣੀ। ਜੇ ਮੁੱਖ ਤੌਰ ਤੇ ਆਪਾਂ ਵੇਖ ਲਈਏ, ਅਸੀਂ ਬਾਣੀ ਪੜ੍ਹਨ ਵਾਸਤੇ ਆਏ ਹਾਂ ਤੇ ਬਾਣੀ ਸੁਣਨ ਵਾਸਤੇ ਆਏ ਹਾਂ। ਇਹ ਮਨੋਰਥ ਹੈ। ਪਰ ਅੱਜ ਧਿਆਨ ਮਾਰ ਕੇ ਵੇਖਣ ਦਾ ਯਤਨ ਕਰੀਏ, ਸਾਡੇ ਸੰਸਾਰਕ ਰੁਝੇਵੇਂ, ਪਰਿਵਾਰਕ ਰੁਝੇਵੇਂ ਇੰਨੇ ਹੋ ਚੁੱਕੇ ਨੇ ਕਿ ਮਨੁੱਖ ਦੇ ਨਾਲ ਜਦੋਂ ਕੋਈ ਬਾਤ ਕਰੀਏ ਤੇ ਬਾਣੀ ਪੜ੍ਹਨ ਬਾਰੇ, ਤੇ ਉਹ ਇੱਕ ਗੱਲ ਦੇ ਨਾਲ ਜਵਾਬ ਦਿੰਦਾ, ਸਮਾਂ ਹੀ ਨਹੀਂ। ਨਾ ਸਾਡੇ ਪਾਸ ਬਾਣੀ ਪੜ੍ਹਨ ਜੋਗਾ ਸਮਾਂ ਰਹਿ ਗਿਆ, ਤੇ ਨਾ ਸਾਡੇ ਪਾਸ ਬਾਣੀ ਨੂੰ ਸੁਣਨ ਜੋਗਾ ਵੀ ਸਮਾਂ ਨਹੀਂ ਰਹਿ ਗਿਆ। ਦੋਨੋਂ ਗੱਲਾਂ ਧਿਆਨ ਵਿੱਚ ਰੱਖਣ ਵਾਲੀਆਂ ਨੇ। ਮੁੱਖ ਮੰਤਵ ਹੈ ਆਇਓ। ਆਏ ਅਸੀਂ ਇਸ ਕਰਕੇ ਸੀ ਕਿ ਸੰਸਾਰ ਦੇ ਉੱਤੇ ਜਾ ਕਰਕੇ ਵੱਧ ਤੋਂ ਵੱਧ ਬਾਣੀ ਪੜਾਂਗੇ ਤੇ ਵੱਧ ਤੋਂ ਵੱਧ ਬਾਣੀ ਸੁਣਾਂਗੇ। ਅੱਜ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਣ ਦਾ ਯਤਨ ਕਰੀਏ। ਬਾਣੀ ਪੜਨ ਦੀ ਜਗ੍ਹਾ ਬਾਣੀ ਪੜਾਉਣ ਵਾਲਾ ਰਿਵਾਜ ਸਾਡੇ ਵਿੱਚ ਵੱਧਦਾ ਜਾ ਰਿਹਾ ਹੈ। ਪੁਰਾਤਨ ਗੁਰਸਿੱਖ ਪੁਰਾਤਨ ਸਮਿਆਂ ਦੇ ਵਿੱਚ ਪਰਿਵਾਰਾਂ ਦੇ ਨਾਲ ਰਹਿ ਕਰਕੇ ਸਹਿਜ ਪਾਠ ਕਰਿਆ ਕਰਦੇ ਸਨ। ਸਹਿਜ ਪਾਠ ਸਮਾਂ ਘਟਿਆ, ਸਹਿਜ ਪਾਠਾਂ ਤੋਂ ਅਸੀਂ ਥੋੜਾ ਜਿਹਾ ਪਾਸਾ ਵਟਿਆ। ਸਮੇਂ ਦੀ ਘਾਟ ਆਈ, ਅਸੀਂ ਸੋਚਿਆ ਕਿ ਹੁਣ ਚਲੋ ਅਖੰਡ ਪਾਠ ਸਾਹਿਬ, ਸਮਾਂ ਸੀਮਤ ਹੈ, ਥੋੜੇ ਸਮੇਂ ਦੇ ਵਿੱਚ ਹੀ ਗੱਲ ਬਣ ਜਾਂਦੀ ਹੈ। ਫਿਰ ਸਮੇਂ ਦੀ ਘਾਟ ਸਾਡੇ ਕੋਲ ਮਹਿਸੂਸ ਹੋਈ। ਤੁਸੀਂ ਧਿਆਨ ਮਾਰ ਕੇ ਵੇਖ ਲਿਓ, ਆਪਣੇ ਆਪਣੇ ਹਿਰਦੇ ਦੇ ਅੰਦਰ ਝਾਤੀ ਮਾਰ ਕੇ ਵੇਖਿਓ। ਬਹੁਤ ਸਾਰੇ ਵਿਆਹਾਂ ਸ਼ਾਦੀਆਂ ਦੇ ਕਾਰਡ ਜਦੋਂ ਸਾਡੇ ਕੋਲ ਪਹੁੰਚਦੇ ਵੇਖਦੇ ਆ ਨਾ, ਸਾਰੇ ਪ੍ਰੋਗਰਾਮ ਜਿਹੜੇ ਰੂਪ ਰੇਖਾ ਉਹਨਾਂ ਦੀ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਲਿਖੀ ਹੁੰਦੀ ਹੈ। ਪਰ ਸਮੇਂ ਦੀ ਘਾਟ ਨੂੰ ਮੁੱਖ ਰੱਖਦਿਆਂ ਹੋਇਆਂ ਬਾਣੀ ਪੜ੍ਹਨ ਵਾਲਾ ਰੁਝਾਨ ਘਰ ਵਿੱਚ ਘਟ ਗਿਆ ਤੇ ਉਹਨਾਂ ਨੇ ਅਖੰਡ ਪਾਠ ਸਾਹਿਬ ਦੀ ਜਗ੍ਹਾ ਕੇਵਲ ਸੁਖਮਨੀ ਸਾਹਿਬ ਦਾ ਪਾਠ ਹੀ ਕਰਾਉਣਾ ਉਚਿਤ ਸਮਝਿਆ ਕਿ ਸਮਾਂ ਥੋੜਾ ਹੈ। ਦੂਸਰੀ ਗੱਲ ਇਹ ਰਹੀ, ਜੇ ਸਾਨੂੰ ਘਰ ਦੇ ਵਿੱਚ ਬਾਣੀ ਪੜ੍ਹਾਉਣ ਦਾ ਸਮਾਂ ਸਾਡੇ ਕੋਲ ਘਟਦਾ ਜਾ ਰਿਹਾ ਹੈ ਤੇ ਬਾਣੀ ਸੁਣਨ ਵਾਲਾ ਸਮਾਂ ਵੀ ਸਾਡੇ ਕੋਲ ਘਰਾਂ ਦੇ ਵਿੱਚ ਘਟਦਾ ਜਾ ਰਿਹਾ ਹੈ। ਕਿੰਨੇ ਕੁ ਪ੍ਰਾਣੀ ਆ, ਕਿੰਨੇ ਕੁ ਅਸੀਂ ਹਾਂ ਸਾਰੇ ਜਿਹੜੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾ ਕਰਕੇ ਉਹਨਾਂ ਦੀ ਲਾਲਸਾ ਇਹ ਹੋਵੇ, ਉਹਨਾਂ ਦੇ ਮਨ ਦੇ ਅੰਦਰ ਇਹ ਚਾਹ ਹੋਵੇ ਕਿ ਸਾਡੇ ਘਰ ਤਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਆਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਸਿੰਘਾਂ ਨੇ ਬਚਨ ਕੀਤਾ ਸੀ ਕਿ ਮਹਾਰਾਜ
ਜਦੋਂ ਤੁਸੀਂ ਕਿਸੇ ਸਿੱਖ ਤੇ ਤਰੁੱਠਦੇ ਹੋ, ਕਿਰਪਾ ਕਰਦੇ ਹੋ, ਤਾਂ ਉਹਦੇ ਤੇ ਤੁਸੀਂ ਕੀ ਬਖਸ਼ਿਸ਼ ਕਰਦੇ ਹੋ? ਤੇ ਮਹਾਰਾਜ ਨੇ ਆਖਿਆ ਸੀ, ਭਾਈ ਗੁਰਸਿੱਖਾ, ਜਦੋਂ ਅਸੀਂ ਕਿਸੇ ਗੁਰਸਿੱਖ ਤੇ ਤਰੁੱਠਦੇ ਹਾਂ, ਖੁਸ਼ ਹੁੰਦੇ ਹਾਂ, ਉਹਦੇ ਘਰ ਰਹਿਤ ਬਹਿਤ ਵਾਲੇ ਨਿਤਨੇਮੀ ਗੁਰਸਿੱਖ 5 ਸਿੱਖ ਜਿਹੜੇ ਨਾ ਸਿੰਘ ਉਹਦੇ ਘਰ ਭੇਜ ਦਿੱਤੇ ਜਾਂਦੇ ਹਨ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਜਿਹਦੇ ਘਰ ਵਿੱਚ ਤੁਹਾਡੀ ਹੋਰ ਖੁਸ਼ੀ ਹੋ ਜਾਵੇ, ਹੋਰ ਤੁਸੀਂ ਤਰੁੱਠ ਜਾਵੇ, ਉਹਦੇ ਤੇ ਕੀ ਬਖਸ਼ਿਸ਼ ਕਰਦੇ ਹੋ? ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਭਾਈ ਜਿਹਦੇ ਤੇ ਗੁਰੂ ਤਰੁੱਠ ਜਾਵੇ, ਨਿਹਾਲ ਹੋ ਜਾਵੇ, ਉਹਦੇ ਘਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਚਲ ਜਾਂਦੇ ਹਨ। ਸਾਡੇ ਘਰ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਆ ਜਾਂਦੇ ਨੇ, ਅਖੰਡ ਪਾਠ ਸਾਹਿਬ ਅਸੀਂ ਆਰੰਭ ਕਰਵਾ ਦਿੰਦੇ ਹਾਂ, ਤੇ ਬੜੀ ਮੁਸ਼ਕਲ ਦੇ ਨਾਲ ਜਦੋਂ 5 ਪੌੜੀਆਂ ਦਾ ਜਾਪ ਕੀਤਾ ਜਾਂਦਾ ਹੈ ਨਾ, ਤੇ ਉਹਦੇ ਵਿੱਚ ਜਦੋਂ ਗ੍ਰੰਥੀ ਸਿੰਘ ਇਹ ਉਚਾਰਨ ਕਰਦਾ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੇ ਮੇਰੇ ਕਹਿਣ ਦਾ ਭਾਵ ਹੈ, ਬੜੀ ਮੁਸ਼ਕਲ ਦੇ ਨਾਲ ਅਸੀਂ 5 ਪੌੜੀਆਂ ਦਾ ਪਾਠ ਸੁਣਦੇ ਹਾਂ, ਤੇ 5 ਪੌੜੀਆਂ ਤੋਂ ਬਾਅਦ ਜੇ ਸਪੀਕਰ ਚੱਲਦਾ ਹੋਵੇ ਤਾਂ ਬੰਦ ਕਰ ਦਿੱਤਾ ਜਾਂਦਾ ਹੈ, ਤੇ ਇਸ਼ਾਰਾ ਕਰ ਦਿੱਤਾ ਜਾਂਦਾ ਹੈ ਕਿ ਕੜਾਹ ਪ੍ਰਸ਼ਾਦ ਵਰਤਾਓ ਤੇ ਚਲੀਏ। ਆਏ ਆ ਬਾਣੀ ਪੜ੍ਹਨ ਵਾਸਤੇ, ਆਏ ਆ ਬਾਣੀ ਸੁਣਨ ਵਾਸਤੇ। ਥੋੜਾ ਜਿਹਾ ਇਸ ਪਾਸੇ ਵੱਲ ਆਪਾਂ ਧਿਆਨ ਦੇਣਾ ਹੈ ਕਿ ਸਾਡੇ ਕੋਲ ਜੀਵਨ ਦੇ ਵਿੱਚ ਸਮਾਂ ਘਟਦਾ ਜਾ ਰਿਹਾ ਹੈ। ਨਾ ਸਾਡੇ ਕੋਲ ਸਮੇਂ ਦੀ ਘਾਟ ਰਹੀ ਹੈ, ਖਾਣ ਪੀਣ ਦੇ ਵਿੱਚ, ਨੱਚਣ ਕੁੱਦਣ ਦੇ ਵਿੱਚ, ਸੰਸਾਰ ਦੇ ਰੰਗ ਤਮਾਸ਼ਿਆਂ ਦੇ ਮਾਣਨ ਦੇ ਵਿੱਚ ਕੋਈ ਕਮੀ ਨਹੀਂ, ਪਰ ਬਾਣੀ ਸੁਣਨ ਵਾਲੇ ਪਾਸੇ, ਬਾਣੀ ਪੜ੍ਹਨ ਵਾਲੇ ਪਾਸੇ ਸਾਡੇ ਕੋਲ ਸਮੇਂ ਦੀ ਘਾਟ ਹੈ। ਜੀਵਨ ਦਾ ਮਨੋਰਥ ਹੈ, ਅੱਜ ਦੇ ਮੁੱਖ ਵਾਕ ਵਿੱਚ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ। ਵਾਹਿਗੁਰੂ ਦੇ ਦਰ ਦੇ ਉੱਤੇ ਅਸੀਂ ਆਏ ਹਾਂ, 84 ਲੱਖ ਜੂਨਾ ਭੁਗਤ ਕੇ ਆਏ ਹਾਂ। ਇਹਦਾ ਮੁੱਖ ਮੰਤਵ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਜਪਣਾ ਹੈ, ਨਾਮ ਨੂੰ ਆਰਾਧਨਾ ਹੈ, ਨਾਮ ਨੂੰ ਜਪ ਕਰਕੇ ਹਿਰਦੇ ਅੰਦਰ ਵਸਾਉਣਾ ਹੈ। ਪਰ ਇਹ ਸਾਰਿਆਂ ਤੇ ਬਖਸ਼ਿਸ਼ ਨਹੀਂ ਹੁੰਦੀ, ਸਾਰਿਆਂ ਤੇ ਕਿਰਪਾ ਨਹੀਂ ਹੁੰਦੀ। 2 ਤਰ੍ਹਾਂ ਦੀ ਕਿਰਪਾ ਹੈ। ਇੱਕ ਉਹ ਕਿਰਪਾ ਜਿਹੜੀ ਆਮ ਜਨ ਸਧਾਰਨ ਦੇ ਉੱਤੇ ਸਾਰਿਆਂ ਤੇ ਵਰਤਦੀ ਹੈ। ਉਹ ਕਿਰਪਾ ਹੈ ਜਿਵੇਂ ਸਾਨੂੰ ਜਿਉਣ ਵਾਸਤੇ ਸਵਾਸਾਂ ਦੀ ਲੋੜ ਹੈ, ਤੇ ਸਵਾਸਾਂ ਦੀ ਕਿਰਪਾ ਤੇ ਸਤਿਗੁਰੂ ਜੀ ਨੇ ਸਾਰਿਆਂ ਤੇ ਕੀਤੀ ਹੋਈ ਹੈ। ਮਨਮੁਖ ਵੀ ਲੈ ਰਹੇ ਨੇ ਤੇ ਗੁਰਮੁਖ ਵੀ ਲੈ ਰਹੇ ਨੇ। ਇਹ ਕਿਰਪਾ ਸਤਿਗੁਰੂ ਜੀ ਨੇ ਸਾਰਿਆਂ ਤੇ ਕਰ ਦਿੱਤੀ। ਦੂਸਰੀ ਪ੍ਰਕਾਰ ਦੀ ਵਿਸ਼ਿਸ਼ਟ ਕਿਰਪਾ ਹੈ, ਜਿਹੜੀ ਕਿਰਪਾ ਸਾਰਿਆਂ ਤੇ ਨਹੀਂ ਹੁੰਦੀ, ਵਿਰਲਿਆਂ ਤੇ ਹੁੰਦੀ ਹੈ। ਤੁਸੀਂ ਕਈ ਵਾਰੀ ਇਹ ਬਾਣੀ ਦੇ ਵਿੱਚ ਪਾਵਨ ਬਚਨ ਸਰਵਣ ਕੀਤੇ ਨੇ। ਇਹ 4 ਬਖਸ਼ਿਸ਼ਾਂ, ਦੁੱਧ ਸਾਰਿਆਂ ਦੇ ਘਰ ਵਿੱਚ ਹੋ ਸਕਦਾ ਹੈ, ਪੁੱਤ ਸਾਰਿਆਂ ਦੇ ਘਰ ਵਿੱਚ ਹੋ ਸਕਦੇ ਹਨ, ਧਨ ਦੌਲਤ ਪਦਾਰਥ ਸਾਰਿਆਂ ਦੇ ਘਰ ਵਿੱਚ ਹੋ ਸਕਦੇ ਹਨ, ਪਰ ਜਿਹੜੀਆਂ 4 ਬਖਸ਼ਿਸ਼ਾਂ ਹਨ, 4 ਬਖਸ਼ਿਸ਼ਾਂ ਇਹ ਸਾਰਿਆਂ ਦੇ ਘਰ ਵਿੱਚ ਨਹੀਂ, ਵਿਰਲਿਆਂ ਦੇ ਕੋਲ ਹੁੰਦੀ ਹੈ। ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਕਰਦੇ ਹਨ, ਉਹਨਾਂ ਤੇ ਇਹ ਬਖਸ਼ਿਸ਼ ਹੁੰਦੀ ਹੈ। ਉਹ ਕਿਹੜੀ ਹੈ? ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰੂ ਸੇਤੀ ਰਤਿਆ, ਦਰਗਹ ਪਾਈਏ ਠਾਓ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ। ਜਗ ਮਹਿ ਉਤਮ ਕਾਢੀਐ, ਵਿਰਲੇ ਕਈ ਕੇ। ਵਿਰਲੇ ਨੇ, ਵਿਰਲੇ ਹਨ ਉਹ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਨ, ਸਾਰੇ ਨਹੀਂ। ਤੁਸੀਂ ਆਪਣੇ ਪਰਿਵਾਰ ਦੇ ਅੰਦਰ ਝਾਤੀ ਮਾਰ ਕੇ ਵੇਖ ਲਓ, ਜਿੰਨੇ ਤੁਸੀਂ ਪਰਿਵਾਰ ਦੇ ਜੀ ਨੇ, ਕੀ ਸਾਰੇ ਅੰਮ੍ਰਿਤ ਵੇਲੇ ਉੱਠ ਜਾਂਦੇ ਨੇ? ਨਹੀਂ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ। ਕੀ ਸਾਰੇ ਹੀ ਨਿਤਨੇਮ ਕਰਦੇ ਨੇ? ਨਹੀਂ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ। ਕੀ ਸਾਰੇ ਹੀ ਗੁਰੂ ਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਨੇ? ਨਹੀਂ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ। ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਉਹਨਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ 4 ਦਾਤਾਂ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਨੇ, ਪਰ ਉਹ ਹੈ ਵਿਰਲੇ ਨੇ। ਮਨੋਰਥ ਜੀਵਨ ਦਾ, ਸਾਡੇ ਜੀਵਨ ਦਾ ਮਨੋਰਥ ਹੈ ਨਾਮ ਜਪਣਾ। ਨਾਮ ਬਿਨਾ ਜੀਵਨ ਅਧੂਰਾ ਹੈ। ਸਤਿਗੁਰੂ ਜੀ ਨੇ ਅੱਜ ਦੇ ਇਸ ਮੁੱਖ ਵਾਕ ਵਿੱਚ ਸਾਨੂੰ ਨਾਮ ਦੀ ਮਹਿਮਾ ਦੱਸੀ ਹੈ, ਤੇ ਜਿਨ੍ਹਾਂ ਤੇ ਸਤਿਗੁਰੂ ਜੀ ਤਰੁੱਠ ਜਾਂਦੇ ਹਨ, ਕਿਰਪਾ ਕਰਦੇ ਹਨ, ਮਿਹਰ ਕਰਦੇ ਹਨ, ਉਹਨਾਂ ਦੀ ਝੋਲੀ ਦੇ ਵਿੱਚ ਇਹ ਦਾਤ ਪਾਉਂਦੇ ਹਨ।
ਤਿੰਨ ਸਿੱਖੀ ਦੇ ਮੁੱਖ ਅਸੂਲ ਨੇ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਅੱਜ ਕਿਰਤ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੈ, ਕਰਨੀ ਵੀ ਚਾਹੀਦੀ ਹੈ, ਪਰ ਨਾਮ ਜਪਣ ਵਾਲਿਆਂ ਦੀ ਗਿਣਤੀ ਘੱਟ ਹੈ। ਨਾਮ ਜਪ ਕੇ ਵੰਡ ਕੇ ਛਕਣ ਵਾਲਿਆਂ ਦੀ ਗਿਣਤੀ ਉਹਨਾਂ ਤੋਂ ਵੀ ਘੱਟ ਹੈ। ਸਤਿਗੁਰੂ ਜੀ ਨੇ ਅੱਜ ਦੇ ਸਮੁੱਖ ਵਾਕ ਵਿੱਚ ਸਾਨੂੰ ਸਮਝਾਇਆ, ਭਾਈ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਮਿਹਰ ਭਰਿਆ ਹੱਥ ਰੱਖਦੇ ਨੇ, ਉਹਨਾਂ ਨੂੰ ਇਹ ਨਾਮ ਦੀ ਦਾਤ, ਉਹਨਾਂ ਨੂੰ ਅੰਮ੍ਰਿਤ ਵੇਲੇ ਦੀ ਦਾਤ, ਉਹਨਾਂ ਨੂੰ ਨਿਤਨੇਮ ਦੀ ਦਾਤ, ਉਹਨਾਂ ਨੂੰ ਸਿਮਰਨ ਦੀ ਦਾਤ, ਉਹਨਾਂ ਨੂੰ ਅੰਮ੍ਰਿਤ ਦੀ ਦਾਤ, ਉਹਨਾਂ ਨੂੰ ਪੰਜ ਕਕਾਰਾਂ ਦੀ ਦਾਤ ਬਖਸ਼ਿਸ਼ ਕਰਦੇ ਨੇ। ਆਓ, ਸਮਾਂ ਸੀਮਤ ਹੈ, ਸਤਿਗੁਰੂ ਜੀ ਦੇ ਮੁੱਖ ਵਾਕ ਦੇ ਸ਼ਬਦੀ ਅਰਥ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ਾਂਤ ਮਹੱਲਾ ਚੌਥਾ। ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ। ਧਨਾਸਰੀ ਰਾਗ ਦੇ ਵਿੱਚ ਸ਼ਾਂਤ ਦੀ ਚਾਲ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਪਾਵਨ ਬਚਨ ਉਚਾਰਨ ਕਰਦੇ ਹਨ। ਘਰ ਪਹਿਲਾ, ਇਹ ਸੰਗੀਤ ਨਾਲ ਸੰਬੰਧਿਤ ਹੈ। ਇੱਕ ਓੰਕਾਰ, ਉਹ ਅਕਾਲ ਪੁਰਖ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਇੱਕੋ ਹੀ ਹੈ। ਇਹ ਨਹੀਂ ਜਿਵੇਂ ਸਾਡੇ ਗੁਆਂਢੀ ਧਰਮਾਂ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਕਿ ਜਨਮ ਦੇਣ ਵਾਲਾ ਕੋਈ ਹੋਰ ਹੈ, ਰਿਜ਼ਕ ਦੇਣ ਵਾਲਾ ਕੋਈ ਹੋਰ ਹੈ ਤੇ ਮਾਰਨ ਵਾਲਾ ਕੋਈ ਹੋਰ ਹੈ। ਉਹ ਤਿੰਨ ਦੇਵਤਿਆਂ ਨੂੰ ਮਾਨਤਾ ਦਿੰਦੇ ਨੇ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ ਹੈ। ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ, ਸਾਰਿਆਂ ਨੂੰ ਸਮੇਟਣ ਵਾਲਾ ਇੱਕ ਹੀ ਹੈ। ਪਰ ਇਸ ਗੱਲ ਦੀ ਸਮਝ ਜਿਹੜੀ ਹੈ ਨਾ, ਉਹ ਸਾਰਿਆਂ ਨੂੰ ਨਹੀਂ ਆਉਂਦੀ। ਸਤਿਗੁਰੂ ਜਿਨ੍ਹਾਂ ਤੇ ਕਿਰਪਾ ਕਰਦੇ ਹਨ, ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ, ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆਉਂਦੀ ਹੈ ਜੀ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਉ। ਹਰ ਨਾਮ ਜਪਣਾ ਸੰਸਾਰ ਦੇ ਉੱਤੇ ਸਭ ਤੋਂ ਜੇ ਕੋਈ ਔਖਾ ਕੰਮ ਹੈ ਨਾ, ਕੋਈ ਬੰਦਾ ਇਹ ਗੱਲ ਕਵੇ ਕਿ ਮੈਂ 6-7 ਘੰਟੇ ਕਈ ਵਾਰਾਂ ਵਾਹ ਸਕਦਾ ਹੈ, ਉਹ ਮੀਲਾਂ ਬੱਧੀ ਦੌੜ ਸਕਦਾ ਹੈ, ਪਹਾੜੀਆਂ ਤੇ ਚੜ ਸਕਦਾ ਹੈ। ਪਰ ਜੇ ਕੋਈ ਔਖਾ ਕੰਮ ਹੈ ਨਾ, ਸਭ ਤੋਂ ਔਖਾ ਕੰਮ ਕੀ ਹੈ? ਤੁਸੀਂ ਕਈ ਵਾਰੀ ਇਹ ਬਾਣੀ ਦੇ ਜਰੀਏ ਕਈ ਵਾਰੀ ਇਹ ਸੁਣ ਚੁੱਕੇ ਹੋ ਕਿ ਆਖਣ ਔਖਾ ਸਾਚਾ ਨਾਮ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਕੁਝ ਪੰਡਤ ਆਏ। ਉਹਨਾਂ ਨੇ ਆਖਿਆ, ਮਹਾਰਾਜ ਸਿੱਖਾਂ ਨੇ ਸਾਡੀ ਰੋਟੀ ਰੋਜੀ ਦੇ ਉੱਤੇ ਕਬਜ਼ਾ ਕਰ ਲਿਆ। ਕਹਿੰਦੇ ਉਹ ਕਿਵੇਂ? ਕਹਿੰਦੇ ਨਾ ਤਾਂ ਕੋਈ ਸਾਡੇ ਕੋਲ ਹੁਣ ਕੋਈ ਪੂਜਾ ਕਰਾਉਂਦੇ ਨੇ, ਨਾ ਕੋਈ ਅਰਦਾਸ ਕਰਾਉਂਦੇ ਨੇ, ਤੇ ਨਾ ਕੋਈ ਉਹ ਕਰਮਕਾਂਡ ਕਰਾਉਂਦੇ ਨੇ, ਆਪ ਹੀ ਸਾਰਾ ਕੁਝ ਕਰੀ ਜਾਂਦੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਤੁਹਾਡੀ ਰੋਟੀ ਰੋਜੀ ਦੀ ਗੱਲ ਹੈ, ਤੁਹਾਡੀ ਰੋਟੀ ਰੋਜੀ ਦਾ ਵੀ ਪ੍ਰਬੰਧ ਕਰ ਦਿੰਨੇ ਹਾਂ। ਆਓ ਤੁਸੀਂ ਸਾਡੇ ਕੋਲ ਸਾਰੇ। ਬਿਠਾ ਲਿਆ। ਆਖਿਆ ਤੁਸੀਂ ਆ ਚਿੱਟੀਆਂ ਚਾਦਰਾਂ ਵਿਛਾ ਦਿੱਤੀਆਂ, ਚੌਂਕੜੇ ਮਾਰ ਲਓ, ਕੁਝ ਨਹੀਂ ਕਰਨਾ, ਤੁਹਾਨੂੰ ਪ੍ਰਸ਼ਾਦਾ ਵੀ ਮਿਲੇਗਾ, ਉਪਜੀਵਕਾ ਵੀ ਮਿਲੇਗੀ, ਮੋਹਰਾਂ ਵੀ ਦਵਾਂਗੇ, ਬਸ ਤੁਸੀਂ ਇੱਥੇ ਬੈਠ ਕਰਕੇ ਗੁਰੂ ਗੁਰੂ ਕਰਨਾ ਹੈ। ਕਹਿੰਦੇ ਇਹ ਕਿਹੜਾ ਔਖਾ ਕੰਮ ਹੈ ਜੀ? ਚੌਂਕੜੀਆਂ ਮਾਰ ਲਈਆਂ, 5-10 ਮਿੰਟ ਵਾਹਿਗੁਰੂ ਵਾਹਿਗੁਰੂ ਕੀਤਾ, ਗੁਰੂ ਗੁਰੂ ਕੀਤਾ, ਅੱਕ ਗਏ।
ਕਿਉਂਕਿ ਸੰਸਾਰ ਦੀਆਂ ਗੱਲਾਂ ਕਰਦਿਆਂ ਅਸੀਂ ਕਦੇ ਅੱਕਦੇ ਨਹੀਂ, ਨਾ ਥੱਕਦੇ ਹਾਂ। ਪ੍ਰਮਾਤਮਾ ਦਾ ਨਾਮ ਜਪਦਿਆਂ, ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ ਅਸੀਂ ਥੱਕਦੇ ਵੀ ਹਾਂ ਤੇ ਅੱਕਦੇ ਵੀ ਹਾਂ। ਹੋਇਆ ਕਿ 5-10 ਮਿੰਟ ਬਾਅਦ ਉਹਨਾਂ ਨੇ ਇੱਕ ਦੂਜੇ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਤੇ ਆਖਿਆ, ਭਾਈ ਇਹ ਕੰਮ ਸਾਥੋਂ ਨਹੀਂ ਜੇ ਹੁੰਦਾ, ਇਹ ਕੰਮ ਬੜਾ ਔਖਾ ਹੈ। ਸਤਿਗੁਰੂ ਜੀ ਨੇ ਫਿਰ ਸਮਝਾਇਆ ਕਿ ਭਾਈ ਇਹ ਗੁਰੂ ਕੇ ਸਿੱਖ ਜਿਸ ਕੰਮ ਨੂੰ ਤੁਸੀਂ ਕਠਿਨ ਕੰਮ ਕਰਕੇ ਛੱਡ ਦਿੰਦੇ ਹੋ, ਇਹ ਗੁਰੂ ਦੀ ਕਿਰਪਾ ਹੁੰਦੀ ਹੈ। ਉਹ ਨਾਮ ਤੇ ਆਉਂਦੇ ਨੇ, ਰਸਨਾ ਦੇ ਨਾਲ ਨਾਮ ਜਪਦੇ ਨੇ। ਧਿਆਨ ਮਾਰਿਓ, ਸਾਡਾ ਇੱਕ ਇੱਕ ਲਿਆ ਹੋਇਆ ਸਵਾਸ ਜਿਹੜਾ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਬਿਰਥਾ ਜਾਂਦਾ ਹੈ। ਇੱਕ ਵਿਦਵਾਨ ਨੇ ਬਹੁਤ ਸੁੰਦਰ ਆਖਿਆ, ਆਖਦਾ ਨਾਮ ਜਪਨ ਕੋ ਜੇਵਾ ਦਿੱਤੀ, ਹਰ ਦਰਸ਼ਨ ਕੋ ਅੱਖੀ। ਹੇ ਭਾਈ, ਆ ਪ੍ਰਮਾਤਮਾ ਨੇ ਜਿਹੜੀ ਤੈਨੂੰ ਇਹ ਰਸਨਾ ਜੀਵ ਦਿੱਤੀ ਆ ਨਾ, ਇਹਦਾ ਕੰਮ ਕੀ ਹੈ? ਜਿਨ ਜੇਵਾ ਦਿੱਤੀ ਬੋਲੇ ਤਾਤ। ਇਹ ਜੀਵ ਤਾਂ ਪਸ਼ੂ ਕੋਲ ਵੀ ਹੈ, ਡੰਗਰਾਂ ਕੋਲ ਵੀ ਹੈ, ਜੀਵ ਜੰਤੂਆਂ ਕੋਲ ਵੀ ਜੀਵ ਹੈ, ਪਰ ਉਹ ਇਸ ਜੀਵ ਨਾਲ ਬੋਲ ਨਹੀਂ ਸਕਦੇ। ਕਿਉਂ ਨਹੀਂ ਬੋਲ ਸਕਦੇ? ਕਿਉਂਕਿ ਉਹਦੇ ਵਿੱਚ ਬੋਲਣ ਦੀ ਤਾਕਤ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਪਾਈ ਗਈ। ਜਿਨ ਜੇਵਾ ਦਿੱਤੀ ਬੋਲੇ ਤਾਤ, ਉਹਦੇ ਵਿੱਚ ਤਾਕਤ ਨਹੀਂ ਪਾਈ। ਪਰ ਜਿਹੜੀ ਜੀਵ ਤੈਨੂੰ ਦਿੱਤੀ ਹੋਈ ਹੈ ਨਾ, ਇਸ ਜੀਵ ਦੇ ਵਿੱਚ ਉਸ ਪ੍ਰਮਾਤਮਾ ਨੇ, ਵਾਹਿਗੁਰੂ ਨੇ ਬੋਲਣ ਦੀ ਤਾਕਤ ਪਾ ਦਿੱਤੀ। ਤੇ ਜੇ ਤੂੰ ਇਸ ਰਸਨਾ ਦੇ ਨਾਲ ਨਾਮ ਨਹੀਂ ਉਚਾਰਨ ਕਰਦਾ, ਉਹ ਵਿਦਵਾਨ ਆਖਦਾ, ਨਾਮ ਜਪਨ ਕੋ ਜੇਵਾ ਦਿੱਤੀ, ਹਰ ਦਰਸ਼ਨ ਕੋ ਅੱਖੀ। ਇੱਕ ਇੱਕ ਸਵਾਸ ਅਜਾਈ ਜਾਵੇ, ਹੱਥ ਨਾ ਆਵੇ ਲੱਖੀ। 24,000 ਸਵਾਸ ਬੰਦੇ ਦਾ ਆਮਦਨ ਮੂਲ ਨਾ ਹੋਵੇ, ਉਹ ਜਿਸ ਬੰਦੇ ਨੂੰ ਇੰਨਾ ਘਾਟਾ, ਸੋ ਬੰਦਾ ਕਿਉਂ ਜੀਵੇ। ਕਿੰਨਾ ਘਾਟਾ ਪੈ ਰਿਹਾ ਸਾਨੂੰ ਰੋਜ਼ ਦਾ। ਅਸੀਂ 24,000 ਸਵਾਸ ਅਜਾਈ ਗਵਾ ਦਿੱਤੇ, ਕੁਝ ਸੌਂ ਕੇ ਗਵਾ ਦਿੱਤੇ, ਕੁਝ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਗਵਾ ਦਿੱਤੇ। ਤੇ ਸਤਿਗੁਰੂ ਜੀ ਸਮਝਾ ਰਹੇ ਨੇ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਗੁਰੂ ਰਾਮਦਾਸ ਜੀ ਦੀ, ਉਹਨਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕਰਕੇ ਉਹਨਾਂ ਕੋਲ ਨਾਮ ਜਪਾਉਂਦਾ ਹੈ। ਸਤਿਗੁਰ ਮਿਲੇ ਸੁਭਾਏ, ਸਹਿਜ ਗੁਣ ਗਾਈਏ ਜੀਓ। ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਤੇ ਉਹਨਾਂ ਦੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ ਹੋ ਜਾਂਦਾ ਹੈ। ਉਹਨਾਂ ਦੀ ਅਵਸਥਾ ਸਹਿਜ ਅਵਸਥਾ ਵਿੱਚ ਆ ਜਾਂਦੀ ਹੈ ਤੇ ਉਹ ਪਰਮਾਤਮਾ ਦੇ ਗੁਣ ਗਾਇਨ ਕਰਦੇ ਹਨ। ਗੁਣ ਗਾਏ ਵਿਗਸੈ ਸਦਾ ਅਨ ਦਿਨ, ਜਾਂ ਆਪ ਸਾਚੇ ਭਾਵਏ। ਗੁਣ ਗਾਏ ਵਿਗਸੈ, ਵਿਗਸੇ ਦਾ ਮਤਲਬ ਹੁੰਦਾ ਖੇੜਾ। ਇੱਕ ਫੁੱਲ ਮੁਰਝਾਇਆ ਹੁੰਦਾ ਹੈ, ਇੱਕ ਫੁੱਲ ਖਿੜਿਆ ਹੁੰਦਾ ਹੈ, ਦੋਨੋਂ ਹੀ ਫੁੱਲ ਹੈ। ਪਰ ਜਿਹੜਾ ਖਿੜਿਆ ਉਹ ਮਹਿਕ ਵੰਡਦਾ ਹੈ, ਚੰਗੇ ਸੁਨੇਹੇ ਦੇ ਰਿਹਾ। ਜਿਹੜਾ ਮੁਰਝਾਇਆ ਹੋਇਆ ਫੁੱਲ ਹੈ, ਉਹ ਨਾ ਕੋਈ ਚੰਗੇ ਸੁਨੇਹੇ ਦੇ ਸਕਦਾ ਤੇ ਨਾ ਹੀ ਮਹਿਕ ਵੰਡ ਸਕਦਾ। ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਗੁਰਮੁਖ ਪਿਆਰ ਵਾਲਿਆ, ਜਿਨ੍ਹਾਂ ਨੇ ਸਵੇਰੇ ਸਾਵਧਾਨ ਇਕਾਗਰ ਚੀਤ ਹੋ ਕਰਕੇ ਨਾਮ ਜਪਿਆ, ਸਿਮਰਨ ਕੀਤਾ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕੀਤਾ, ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ, ਆਸਾ ਜੀ ਦੀ ਵਾਰ ਦੇ ਪਾਠ ਸਰਵਣ ਕੀਤੇ, ਤੇ ਗੁਰਮੁਖ ਪਿਆਰਿਆ, ਉਹ ਜਦੋਂ ਸੰਸਾਰ ਵਿੱਚ ਆਪਣੇ ਘਰੋਂ ਬਾਹਰ ਨਿਕਲਣਾ ਤਾਂ ਉਹਨਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆਉਣੇ ਚਾਹੀਦੇ ਨੇ। ਉਹਨਾਂ ਨੂੰ ਮਿਲਣ ਦੇ ਨਾਲ ਰੱਬ ਚੇਤੇ ਆ ਜਾਵੇ, ਵਿਗਸੈ। ਪਰ ਹੋ ਕੀ ਰਿਹਾ? ਅਸੀਂ ਬੰਦੇ ਨੂੰ ਜਦੋਂ ਮਿਲਦੇ ਹਾਂ, ਮਾਫ ਕਰਨਾ, ਖੁਸ਼ੀਆਂ ਤੇ ਹਾਸੇ ਸਾਡੇ ਚਿਹਰਿਆਂ ਤੋਂ ਤੋਪ ਹੋ ਗਏ ਨੇ। ਮੱਥੇ ਤੇ ਤਿਉੜੀਆਂ, ਮੂੰਹ ਟੇਢੇ। ਕਹਿਣ ਦਾ ਭਾਵ ਇਹ ਹੈ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਵਾਸ ਹੈ, ਜਿਨ੍ਹਾਂ ਨੇ ਸਿਮਰਨ ਕੀਤਾ, ਨਾਮ ਜਪਿਆ, ਗੁਣ ਗਾਏ ਵਿਗਸੈ, ਉਹ ਖੇੜੇ ਵਿੱਚ ਨੇ, ਖੁਸ਼ੀਆਂ ਵਿੱਚ ਨੇ। ਅਨ ਦਿਨ ਭਾਵ ਹਰ ਰੋਜ਼, ਜਾਂ ਆਪ ਸਾਚੇ ਭਾਵੈ, ਉਹਨਾਂ ਦਾ ਗਾਵਿਆ ਗੁਰੂ ਨੂੰ ਪਾ ਜਾਂਦਾ ਹੈ। ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੈ। ਹੁਣ ਨਾਮ ਜਪਣ ਵਾਲਿਆਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕੀ ਹੈ? ਉਹ ਹੰਕਾਰ ਨੂੰ ਛੱਡ ਦਿੰਦੇ ਨੇ, ਹਉਮੈ ਆਪਣੇ ਅੰਦਰੋਂ ਖਤਮ ਕਰ ਦਿੰਦੇ ਨੇ। ਕਿਉਂਕਿ ਦੋ ਵਸਤੂਆਂ ਨੇ, ਹਉਮੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਮੈਂ ਨਹੀਂ ਉਹਨਾਂ ਦੇ ਅੰਦਰ ਰਹਿੰਦੀ ਕਿ ਮੈਂ ਇਹ ਪਾਠ ਕੀਤਾ, ਮੈਂ ਸੁਖਮਨੀ ਸਾਹਿਬ ਕੀਤਾ, ਮੈਂ ਨਿਤਨੇਮ ਕੀਤਾ। ਮੈਂ ਨਹੀਂ, ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਮਿਹਰ ਕਰਕੇ ਮੈਨੂੰ ਨਿਤਨੇਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਉਹ ਮੈਂ ਦੀ ਰੱਟ ਨਹੀਂ ਲਾਉਂਦੇ।
ਕਿਸੇ ਗੱਲ ਦਾ ਮਾਣ ਨਹੀਂ ਕਰਦੇ, ਹੰਕਾਰ ਨਹੀਂ ਕਰਦੇ। ਉਹ ਸੇਵਾ ਕਰਕੇ ਸਤਿਗੁਰੂ ਜੀ ਦੇ ਅੱਗੇ ਸ਼ੁਕਰਾਨਾ ਕਰਦੇ ਹਨ, ਮੈਂ ਮੇਰੀ ਦੀ ਰੱਟ ਨਹੀਂ ਲਾਉਂਦੇ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਐ। ਅਕਾਲ ਪੁਰਖ ਪਰਮਾਤਮਾ ਆਪ ਕਿਰਪਾ ਕਰਕੇ ਜਿਨ੍ਹਾਂ ਨੂੰ ਇਹ ਦਾਤ ਬਖਸ਼ਿਸ਼ ਕਰਦਾ ਹੈ, ਉਹਨਾਂ ਨੂੰ ਇਹ ਨਾਮ ਜਪਣ ਦੀ ਦਾਤ ਪ੍ਰਾਪਤ ਹੁੰਦੀ ਹੈ। ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ। ਫਿਰ ਸ਼ਬਦ ਦਾ ਦਰਾਹੋ ਆਇਆ ਹੈ ਕਿ ਬੰਦਿਆ ਤੂੰ ਮਾਣ ਨਾ ਕਰ ਲਈ ਇਸ ਗੱਲ ਦਾ ਕਿ ਮੈਂ ਸਿਮਰਨ ਕਰ ਰਿਹਾ, ਇਸ ਗੱਲ ਦਾ ਮਾਣ ਨਾ ਕਰ ਲਈ ਮੈਂ ਨਾਮ ਜਪਦਾ। ਇੱਕ ਹੋਰ ਮੈਂ ਬੇਨਤੀ ਕਰਨੀ ਹੈ, ਹੰਕਾਰ ਹਉਮੈ ਤਜੇ ਮਾਇਆ, ਕਿ ਭਾਈ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਸ ਤੇ ਕਿਰਪਾ ਕਰ ਦਿੰਦਾ, ਜਿਸ ਤੇ ਮਿਹਰ ਹੋ ਜਾਂਦੀ ਹੈ। ਮੈਂ ਪਿਛਲੇ ਵਾਰੀ ਵੀ ਸ਼ਾਇਦ ਆਪਣਾ ਵਿਚਾਰ ਸਾਂਝੇ ਕੀਤੇ ਸਨ ਕਿ ਫਜਰ ਦੀ ਨਮਾਜ਼ ਕਰਨ ਵਾਸਤੇ ਮੁਸਲਮਾਨ, ਜਿਹਨੂੰ ਅਸੀਂ ਅੰਮ੍ਰਿਤ ਵੇਲਾ ਆਖਦੇ ਹਾਂ, ਉਹ ਆਪਣੇ ਮਸਜਿਦ ਦੇ ਵਿੱਚ ਜਾਂਦੇ ਨੇ। ਇੱਕ ਦਿਨ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਭਤੀਜਾ, ਉਸਨੇ ਆਖਿਆ ਕਿ ਮੈਂ ਵੀ ਤੁਹਾਡੇ ਨਾਲ ਫਜਰ ਦੀ ਨਮਾਜ਼ ਕਰਨ ਜਾਣਾ ਹੈ। ਲੈ ਗਏ ਉਸਨੂੰ। ਜਦੋਂ ਲੈ ਕੇ ਗਏ ਤੇ ਕੀ ਵੇਖਦੇ ਨੇ ਕਿ ਬਹੁਤ ਸਾਰੇ ਲੋਕ ਆਪਣੇ ਕੋਠਿਆਂ ਦੇ ਉੱਤੇ ਸੁੱਤੇ ਪਏ ਨੇ। ਪਹਿਲੇ ਦਿਨ ਉਸਨੇ ਇਹ ਵੇਖਿਆ, ਫਜਰ ਦੀ ਨਮਾਜ਼ ਕਰਕੇ ਆਇਆ, ਭਤੀਜਾ ਰਹੀਮ ਆਖਦਾ, ਅੱਲਾਹ ਤਾਲਾ ਇਹ ਕਾਫਰ ਲੋਕ ਫਜਰ ਦੀ ਨਮਾਜ਼ ਦਾ ਸਮਾਂ ਤੇ ਸੁੱਤੇ ਪਏ ਨੇ। ਹਜ਼ਰਤ ਮੁਹੰਮਦ ਸਾਹਿਬ ਜੀ ਨਹੀਂ ਬੋਲੇ। ਫਿਰ ਦੂਸਰੇ ਦਿਨ ਫਿਰ ਐਸਾ ਹੋਇਆ, ਤੀਸਰੇ ਦਿਨ ਫਿਰ ਐਸਾ ਹੋਇਆ। ਹਜ਼ਰਤ ਮੁਹੰਮਦ ਸਾਹਿਬ ਜੀ ਨੇ ਆਪਣੇ ਭਤੀਜੇ ਨੂੰ ਆਖਿਆ, ਚੰਗਾ ਹੁੰਦਾ ਕਿ ਤੂੰ ਵੀ ਸੁੱਤਾ ਹੁੰਦਾ, ਘੱਟੋ ਘੱਟ ਇਹਨਾਂ ਦੀ ਨਿੰਦਿਆ ਤਾਂ ਨਾ ਕਰਦਾ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕਰਨੀ ਹੈ, ਉਹਨਾਂ ਨੂੰ ਤਾਂ ਸੁੱਤਿਆਂ ਨੂੰ ਉਠਾਲ ਕਰਕੇ ਗੁਰਦੁਆਰੇ ਭੇਜ ਦੇਣਾ, ਤੇ ਜਿਨ੍ਹਾਂ ਤੇ ਕਿਰਪਾ ਨਹੀਂ ਕਰਨੀ, ਉਹ ਜਾਗਦੇ ਜਾਗਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦੇ। ਇਸ ਕਰਕੇ ਸਤਿਗੁਰੂ ਜੀ ਇਹ ਸਮਝਾਉਂਦੇ ਹਨ ਕਿ ਭਾਈ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਉਹੀ ਨਾਮ ਤੇ ਆਉਣਾ ਕਰਦੇ ਹਨ। ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ। ਅੰਦਰ ਸਾਚਾ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆਰ ਪਾਉਣਾ। ਇੱਕ ਬਾਹਰੋਂ ਦਿਖਾਵੇ ਦਾ, ਇੱਕ ਅੰਦਰੋਂ ਪਰਮਾਤਮਾ ਦੇ ਨਾਲ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਦਿਲੋਂ ਮੁਹੱਬਤ ਹੋਵੇ, ਐਸਾ ਨਹੀਂ ਕਿ ਉੱਪਰੋਂ ਪਰਮਾਤਮਾ ਦੇ ਨਾਲ ਪ੍ਰੀਤੀ ਨਹੀਂ। ਜਿਨ੍ਹਾਂ ਦਾ ਅੰਦਰੋਂ ਉਸ ਸੱਚੇ ਦੇ ਨਾਲ ਪ੍ਰੇਮ ਹੈ, ਪਾਤਸ਼ਾਹ ਜੀ ਫਰਮਾਵਨਾ ਕਰਦੇ ਹਨ, ਉਹਨਾਂ ਨੇ ਪੂਰੇ ਸਤਿਗੁਰੂ ਨੂੰ ਪਾਉਣਾ ਕੀਤਾ ਹੈ। ਹਉ ਤਿਸ ਸੇਵੀ ਦਿਨ ਰਾਤ, ਮੈਂ ਕਦੇ ਨਾ ਵਿਸਰੈ ਜੀਉ। ਮੈਂ ਦਿਨ ਰਾਤ ਗੁਣ ਗਾਵਾਂ, ਦਿਨ ਰਾਤ ਨਾਨਕ ਚਾਹੋ ਇਹੋ ਭਾਵ, ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਦੇ ਵੀ ਨਾ ਵਿਸਾਰਾਂ, ਕਦੇ ਵੀ ਨਾ ਭੁੱਲੇ। ਕਦੇ ਨਾ ਵਿਸਾਰੀ ਆਨੰਦਿਨ ਸਮਾਰੀ, ਜਾਂ ਨਾਮ ਲਈ ਤਾਂ ਜੀਵਾ। ਕਦੇ ਵੀ ਨਾ ਉਸ ਪਰਮਾਤਮਾ ਨੂੰ ਮੈਂ ਭੁੱਲ ਜਾਵਾਂ, ਅਨ ਦਿਨ ਹਰ ਰੋਜ਼ ਸਮਾਰੀ ਸੰਭਾਲ ਕਰਾਂ। ਮੈਂ ਜਿਵੇਂ ਹੋਰ ਧਨ ਦੌਲਤ ਪਦਾਰਥਾਂ ਦੀ ਸੰਭਾਲ ਕਰਦਾ ਨਾ, ਘਰ ਦੇ ਵਿੱਚ ਕੱਪੜਿਆਂ ਦੀ ਸੰਭਾਲ ਕਰਦਾ, ਦਾਣਿਆਂ ਦੀ ਸੰਭਾਲ ਕਰਦਾ, ਧਨ ਦੌਲਤ ਪਦਾਰਥਾਂ ਦੀ ਸੰਭਾਲ ਕਰਦਾ, ਤਿਵੇਂ ਮੈਂ ਪਰਮਾਤਮਾ ਦੇ ਨਾਮ ਦੀ ਵੀ ਆਪਣੇ ਹਿਰਦੇ ਦੇ ਅੰਦਰ ਸੰਭਾਲ ਕਰਾਂ। ਕਦੇ ਨਾ ਵਿਸਾਰੀ ਅਨ ਦਿਨ ਸਮਾਰੀ, ਜਾਂ ਨਾਮ ਲਈ ਤਾਂ ਜੀਵਾਂ। ਮੈਂ ਜਿਉਂਦਾ ਤਾਂ ਹੀ ਆ ਜੇ ਨਾਮ ਜਪਦਾ, ਤੇ ਜੇ ਮੈਂ ਨਾਮ ਨਹੀਂ ਨਾ ਜਪਦਾ ਤੇ ਮੇਰੀ ਗਿਣਤੀ ਜਿਉਂਦਿਆਂ ਦੇ ਵਿੱਚ ਨਹੀਂ ਆ। ਆਖਾਂ ਜੀਵਾਂ ਵਿਸਰੈ ਮਰ ਜਾਉ। ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾ। ਕੰਨਾਂ ਦੇ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਸਰਵਣ ਕਰਨਾ ਹੈ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕਦੇ ਕਦੇ ਆਪਣੇ ਸਰੀਰ ਦੇ ਜਿਹੜੇ ਹਿੱਸੇ ਆ ਨਾ, ਉਹਨਾਂ ਦੇ ਨਾਲ ਵੀ ਗੱਲਾਂ ਕਰਿਆ ਕਰੀਏ। ਅੱਖਾਂ ਨੂੰ ਪੁੱਛਿਆ ਕਰੀਏ, ਤੁਹਾਨੂੰ ਕਾਹਦੇ ਵਾਸਤੇ ਸਾਡੇ ਨਾਲ ਲਾ ਦਿੱਤਾ ਹੈ। ਕੰਨਾਂ ਨੂੰ ਪੁੱਛਿਆ ਕਰੀਏ, ਤੁਹਾਨੂੰ ਸਾਡੇ ਨਾਲ ਕਿਉਂ ਲਾਇਆ ਹੈ।
ਹੱਥਾਂ ਨੂੰ ਪੁੱਛੀਏ ਤੁਹਾਨੂੰ ਸਾਡੇ ਸਰੀਰ ਨਾਲ ਕਿਉਂ ਲਾਇਆ ਹੈ? ਆਪਣੇ ਚਰਨ ਪੈਰਾਂ ਨੂੰ ਪੁੱਛੀਏ ਸਾਡੇ ਨਾਲ ਕਿਉਂ ਲਾਇਆ? ਚਰਨ ਤਾਂ ਪਰ ਸਕੇ ਹੱਥ, ਚਰਨ ਗੁਰ ਅਮਰ ਪਵਲ ਰਹਿ। ਹੱਥ ਤਾਂ ਪਰ ਸਕੇ ਹੱਥ, ਹੱਥ ਲੱਗਾ ਗੁਰ ਅਮਰ ਪਹਿ। ਜਦੋਂ ਇਸ ਤਰ੍ਹਾਂ ਅਸੀਂ ਵਿਚਾਰਾਂ ਕਰਾਂਗੇ, ਇਹ ਪੈਰ ਸਾਨੂੰ ਤਾਂ ਮਿਲੇ ਸੀ, ਚਰਨ ਚਲੋ ਮਾਰਗ ਗੋਬਿੰਦ, ਕਿ ਇਹਨਾਂ ਦੇ ਨਾਲ ਚੱਲ ਕੇ ਮੈਂ ਗੁਰੂ ਦੇ ਘਰ ਵਿੱਚ ਜਾਵਾਂ, ਸੰਗਤ ਵਿੱਚ ਜਾਵਾਂ। ਹੱਥ ਇਸ ਕਰਕੇ ਮਿਲੇ ਸੀ ਕਿ ਇਹਨਾਂ ਦੇ ਨਾਲ ਮੈਂ ਗੁਰੂ ਦੇ ਘਰ ਦੀ ਕਾਰ ਕਮਾਵਾਂ, ਸੇਵਾ ਕਰਾਂ। ਤੇ ਜੀਭ ਇਸ ਕਰਕੇ ਮਿਲੀ ਸੀ, ਇਹਦੇ ਨਾਲ ਮੈਂ ਰਸਨਾ ਦਾ ਨਾਮ ਜਪਾਂ। ਕੰਨ ਇਸ ਕਰਕੇ ਮਿਲੇ ਸੀ ਕਿ ਇਹਨਾਂ ਕੰਨਾਂ ਦੇ ਨਾਲ ਮੈਂ ਭੋਜਨ ਅੰਦਰ ਲੈ ਕੇ ਜਾਵਾਂ। ਸੰਸਾਰ ਦਾ ਭੋਜਨ ਮੁੱਖ ਰਾਹੀਂ ਅੰਦਰ ਜਾਂਦਾ ਹੈ, ਪਰ ਇਹ ਨਿਰੰਕਾਰ ਦਾ ਭੋਜਨ ਤਿਆਰ ਮੁੱਖ ਦੇ ਵਿੱਚ ਹੁੰਦਾ ਹੈ, ਪਰ ਕੰਨਾਂ ਦੇ ਰਾਹੀਂ ਅੰਦਰ ਜਾਂਦਾ, ਮੁੱਖ ਦੇ ਰਾਹੀਂ ਅੰਦਰ ਨਹੀਂ ਜਾਂਦਾ। ਸਤਿਗੁਰੂ ਜੀ ਇਸ ਕਰਕੇ ਸਮਝਾ ਰਹੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੇ, ਗੁਰਮੁਖ ਅੰਮ੍ਰਿਤ ਪੀਵਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਆਨੰਦ ਦਿਨ ਵਿਵੇਕ ਬੁੱਧ ਵਿਚਰੈ। ਆਮਿਓ ਦ੍ਰਿਸ਼ਟ ਸ਼ੁਭ ਕਰੇ, ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਵੱਲ। ਨਦਰ ਕਰੇ, ਨਾਨਕ ਨਦਰੀ, ਨਦਰ ਨਿਹਾਲ। ਜਦੋਂ ਗੁਰੂ ਦੀ ਮਿਹਰ ਹੋ ਗਈ, ਗੁਰੂ ਦੀ ਕਿਰਪਾ ਹੋ ਗਈ, ਤਾਂ ਸਤਿਗੁਰ ਮੇਲੇ, ਫਿਰ ਗੁਰੂ ਦੇ ਨਾਲ ਮਿਲਾਪ, ਫਿਰ ਸੰਗਤ ਦੇ ਨਾਲ ਮਿਲਾਪ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ। ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਅਨ ਦਿਨ ਹਰ ਰੋਜ਼ ਵਿਵੇਕ ਬੁੱਧ। ਵਿਵੇਕ ਬੁੱਧ ਦਾ ਭਾਵ ਹੈ, ਬੁੱਧੀ ਤਾਂ ਸਾਰਿਆਂ ਕੋਲ ਹੀ ਹੈ, ਪਰ ਵਿਵੇਕ ਬੁੱਧ ਦਾ ਭਾਵ ਹੈ ਉਹ ਬੁੱਧੀ, ਸ੍ਰੇਸ਼ਟ ਬੁੱਧੀ, ਜਿਹੜੀ ਮਾੜੇ ਤੇ ਚੰਗੇ ਦਾ ਨਿਰਣਾ ਕਰਦੀ ਹੈ, ਜਿਹੜੀ ਅੰਮ੍ਰਿਤ ਤੇ ਜ਼ਹਿਰ ਦਾ ਨਿਰਣਾ ਕਰਦੀ ਹੈ। ਇਹ ਅੰਮ੍ਰਿਤ ਹੈ, ਇਹ ਜ਼ਹਿਰ ਹੈ। ਜਿਨ੍ਹਾਂ ਦੇ ਕੋਲ ਵਿਵੇਕ ਬੁੱਧ ਨਹੀਂ ਹੈ, ਉਹ ਜ਼ਹਿਰ ਨੂੰ ਅੰਮ੍ਰਿਤ ਕਹੀ ਜਾਂਦੇ ਨੇ ਤੇ ਅੰਮ੍ਰਿਤ ਨੂੰ ਜ਼ਹਿਰ ਕਹੀ ਜਾਂਦੇ ਨੇ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਉਹ ਅੰਮ੍ਰਿਤ ਨੂੰ ਜ਼ਹਿਰ ਕਹਿੰਦੇ ਨੇ, ਤੇ ਜਿਹੜਾ ਜ਼ਹਿਰ ਹੈ ਉਹਨੂੰ ਅੰਮ੍ਰਿਤ ਕਰਕੇ ਪੀ ਜਾਂਦੇ ਨੇ। ਜਿਨ੍ਹਾਂ ਦੇ ਕੋਲ ਵਿਵੇਕ ਬੁੱਧੀ ਆ ਗਈ, ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਭਾਈ ਆ ਤੇ ਅਸੀਂ ਜ਼ਹਿਰ ਵਰਤ ਰਹੇ ਹਾਂ, ਸਾਨੂੰ ਅੰਮ੍ਰਿਤ ਵਰਤਣਾ ਚਾਹੀਦਾ ਸੀ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਵਿਵੇਕ ਬੁੱਧ ਵਿਚਰੈ, ਅੰਦਰ ਸਾਚਾ ਨੇਹੋ, ਪੂਰੇ ਸਤਿਗੁਰੈ। ਪੂਰੇ ਸਤਿਗੁਰ ਦੇ ਨਾਲ ਅੰਦਰੋਂ ਸਾਡਾ ਦਿਲੀ ਪਿਆਰ ਹੋਣਾ ਚਾਹੀਦਾ ਹੈ, ਦਿਲੋਂ ਮੁਹੱਬਤ ਹੋਣੀ ਚਾਹੀਦੀ ਹੈ। ਐਸਾ ਨਹੀਂ ਕਾਮ ਪਰੇ ਹਰ ਸਿਮਰਿਏ, ਐਸਾ ਸਿਮਰੋ ਨਿਤ। ਕੋਈ ਬਿਪਤਾ ਬਣ ਗਈ, ਦੁੱਖ ਬਣ ਗਿਆ, ਚਲੋ ਚਲੀਏ ਗੁਰਦੁਆਰੇ ਅਰਦਾਸ ਕਰਾਈਏ। ਕੰਮ ਪੈ ਗਿਆ ਤੇ ਚਲੀਏ। ਕਬੀਰ ਸਾਹਿਬ ਕਹਿੰਦੇ ਨਾ ਭਈ ਨਾ, ਜਿਵੇਂ ਤੂੰ ਕੰਮ ਪੈਣ ਕਰਕੇ ਆਇਆ, ਕਿਤੇ ਰੋਜ਼ ਆਉਂਦਾ ਤੇਰੇ ਤੇ ਆਫਤ ਆਉਣੀ ਹੀ ਨਹੀਂ ਸੀ। ਇਸ ਕਰਕੇ ਅਸੀਂ ਸਵਾਰਥੀ ਹੋ ਗਏ ਆ। ਸਤਿਗੁਰੂ ਜੀ ਇਸ ਕਰਕੇ ਸਮਝਾ ਰਹੇ ਨੇ ਕਿ ਅੰਦਰੋਂ ਸੱਚਾ ਨਿਉਣਾ ਚਾਹੀਦਾ ਹੈ। ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਓ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਵੱਡ ਭਾਗੀ ਸਤ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਭਾਗਾਂ ਤੋਂ ਬਗੈਰ ਸੰਗਤ ਨਹੀਂ ਜੇ ਮਿਲਦੀ। ਭਾਗਾਂ ਦੇ ਵਿੱਚ ਸੰਗਤ ਹੋਵੇਗੀ, ਚੰਗੇ ਕਰਮ ਕੀਤੇ ਹੋਣਗੇ, ਭਾਗ ਚੰਗੇ ਬਣਨਗੇ, ਤਾਂ ਸੰਗਤ ਪ੍ਰਾਪਤ ਹੋਵੇਗੀ। ਤੇ ਜਿਹੜੇ ਸੰਗਤ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਫਿਰ ਕਥਾ ਕੀਰਤਨ ਦੇ ਵਿੱਚ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਉਹਨਾਂ ਨੂੰ ਕੀਰਤਨ ਦੇ ਵਿੱਚ ਵੀ ਰਸ ਆਉਂਦਾ ਹੈ। ਜਦੋਂ ਕੀਰਤਨ ਦੇ ਵਿੱਚ ਰਸ ਆਉਂਦਾ ਤੇ ਉਹ ਕਹਿੰਦੇ ਇੱਕ ਸ਼ਬਦ ਹੋਰ ਸੁਣ ਕੇ ਚਲੀਏ। ਜਦੋਂ ਕਥਾ ਦੇ ਵਿੱਚ ਰਸ ਆਉਂਦਾ ਹੈ, ਕਹਿੰਦੇ ਹੋਰ ਬੈਠ ਜਾਈਏ। ਜਦੋਂ ਬਾਣੀ ਚੱਲ ਰਹੀ ਹੋਵੇ, ਬਾਣੀ ਦਾ ਪ੍ਰਵਾਹ ਚੱਲ ਰਿਹਾ ਹੋਵੇ, ਤੇ ਆਖਦੇ ਚਲੇ ਹੋਰ ਬੈਠ ਜਾਈਏ। ਜਦੋਂ ਰਸ ਨਾ ਆਵੇ ਤੇ ਮੁਆਫ ਕਰਨਾ, ਜਦੋਂ ਕਈ ਵਾਰੀ ਕੜਾਹ ਪ੍ਰਸ਼ਾਦ ਵਰਤਾਉਂਦਿਆਂ ਗ੍ਰੰਥੀ ਸਿੰਘ ਵਾਹਿਗੁਰੂ ਦਾ ਜਾਪ ਵੀ ਕਰਾਉਂਦਾ ਨਾ, ਕਿ ਚਲੋ ਉਹਨਾਂ ਚਿਰ ਜਾਪ ਕਰਾਈ ਜਾਓ, ਤੇ ਇਹੋ ਹੀ ਕਾਹਲੀ ਪਈ ਰਹਿੰਦੀ ਹੈ ਵੀ ਕਦੋਂ ਬੰਦ ਕਰੇ, ਕਿਉਂਕਿ ਰਸ ਨਹੀਂ ਜਾ ਰਿਹਾ। ਇਸ ਕਰਕੇ ਸਤਿਗੁਰੂ ਜੀ ਇਹ ਸਮਝਾ ਰਹੇ ਨੇ, ਸਤ ਸੰਗਤ ਮਿਲੇ ਵੱਡ ਭਾਗ, ਤਾਂ ਹਰ ਰਸ ਆਵੈ ਜੀਓ। ਆਨੰਦ ਦਿਨ ਰਹਿ ਲਿਵ ਲਾਏ, ਤਾਂ ਸਹਿਜ ਆਵੇ ਜੀਓ। ਹਰ ਰੋਜ਼ ਉਸ ਪ੍ਰਮਾਤਮਾ ਦੇ ਨਾਲ ਲਿਵ ਲਾਉਣੀ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਾਡੇ ਦੁਖੀ ਹੋਣ ਦਾ ਕਾਰਨ ਪ੍ਰਮਾਤਮਾ ਦੇ ਨਾਲੋਂ ਲਿਵ ਟੁੱਟ ਜਾਂਦੀ ਹੈ। ਜਿਨ੍ਹਾਂ ਦੀ ਲਿਵ ਲੱਗ ਗਈ
ਉਸ ਪ੍ਰਮਾਤਮਾ ਦੇ ਨਾਲ ਜਿਹਨਾਂ ਸੁਰਤੀਆਂ ਬਿਰਤੀਆਂ ਜੋੜ ਲਈਆਂ, ਉਹ ਸਹਿਜ ਅਵਸਥਾ ਦੇ ਵਿੱਚ ਆ ਗਏ। ਸਹਿਜ ਅਵਸਥਾ ਵਿੱਚ ਆ ਕੇ ਉਹਨਾਂ ਨੇ ਆਪਾ ਭਾਵ ਖਤਮ ਕਰਕੇ ਪ੍ਰਮਾਤਮਾ ਦੇ ਨਾਲ ਅਭੇਦ ਹੋ ਗਏ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਪ੍ਰਭੂ ਪਰਮਾਤਮਾ ਉਹਨਾਂ ਨੂੰ ਚੰਗਾ ਲੱਗਣ ਲੱਗ ਪੈਂਦਾ। ਸਹਿਜ ਦੇ ਵਿੱਚ ਜਿਹੜੇ ਟਿਕਾਓ ਵਿੱਚ ਆ ਜਾਂਦੇ ਹਨ, ਉਹ ਆਮ ਸੰਸਾਰੀ ਬੰਧਨਾਂ ਤੋਂ, ਸੰਸਾਰੀ ਕਾਰਜਾਂ ਤੋਂ ਲਾਂਭੇ ਹੋ ਜਾਂਦੇ ਨੇ ਤੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਪਰਿਵਾਰ ਵਿੱਚ ਵਿਚਰਦਿਆਂ ਹੋਇਆਂ ਬੈਰਾਗ ਵਿੱਚ ਰਹਿੰਦੇ ਹਨ। ਹਾਲਤ ਪਾਲਤ ਸੋਭਾ ਜਗ ਅੰਤਰ, RAM ਨਾਮ ਲਿਵ ਲਾਗੀ। ਬੰਦਾ ਆਪਣੀ ਸੋਭਾ ਚਾਹੁੰਦਾ, ਜੈ ਜੈਕਾਰ ਚਾਹੁੰਦਾ ਕਿ ਮੇਰੀ ਜੈ ਜੈਕਾਰ ਹੋਵੇ, ਪਰ ਕਾਹਦੇ ਨਾਲ ਹੋਵੇ? ਕਹਿੰਦਾ ਮੇਰੇ ਕੋਲ ਕੋਈ ਸੰਸਾਰੀ ਵੱਡਾ ਰੁਤਬਾ ਆ ਜਾਵੇ ਤੇ ਸ਼ਾਇਦ ਇਹਦੇ ਨਾਲ ਮੇਰੀ ਜੈ ਜੈਕਾਰ ਹੋ ਜਾਏਗੀ। ਜਿੰਦਾਬਾਦ ਦੇ ਨਾਰੇ ਲੱਗਦੇ ਨੇ ਥੋੜਾ ਚਿਰ, 4-5 ਸਾਲ ਬਾਅਦ ਫਿਰ ਉਹੀ। ਇਸ ਕਰਕੇ ਸਦੀਵੀ ਕਾਲ ਵਾਸਤੇ ਜੈ ਜੈਕਾਰ ਜੇ ਕੋਈ ਆਪਣੀ ਕਰਾਉਣੀ ਚਾਹੁੰਦਾ ਹੈ, ਕੋਈ ਇਹ ਚਾਹਵੇ ਕਿ ਮੇਰੇ ਕੋਲ ਧਨ ਬਹੁਤ ਆ ਜਾਵੇ, ਮੇਰੀ ਜੈ ਜੈਕਾਰ ਹੋ ਜਾਵੇ, ਮੇਰੇ ਕੋਲ ਰੁਤਬੇ ਆ ਜਾਣ, ਸ਼ਾਇਦ ਮੇਰੀ ਇਹਨਾਂ ਕਾਰਨ ਕਰਕੇ ਜੈ ਜੈਕਾਰ ਹੋ ਜਾਵੇ। ਪਰ ਗੁਰਬਾਣੀ ਦਾ ਸੰਦੇਸ਼ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਨਾਮ ਵਸ ਜਾਂਦਾ ਪਰਮੇਸ਼ਰ ਦਾ, ਉਹਨਾਂ ਦੀ ਜੈ ਜੈਕਾਰ ਲੋਕ ਪਰਲੋਕ ਵਿੱਚ ਹੁੰਦੀ ਹੈ। ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ। ਹਰਖ ਸੋਗ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ 18 ਗੁਣ ਨੇ, 9ਵੇਂ ਪਾਤਸ਼ਾਹ ਦਾ ਇਹ ਪਾਵਨ ਬਚਨ ਹੈ। ਗੁਰਸਿੱਖ ਦੇ ਅੰਦਰ ਇਹ 18 ਖੂਬੀਆਂ ਨੇ, ਤੁਸੀਂ ਪੜ੍ਹ ਲੈਣਾ, ਸਮਾਂ ਸੀਮਤ ਹੈ, ਮੈਂ ਉਸ ਪਾਸੇ ਵੱਲ ਨਾ ਜਾਵਾਂ। ਜਿਹੜੇ ਗੁਰਬਾਣੀ ਦੇ ਨਾਲ ਜੁੜ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਆਵੇ, ਉਹ ਖੁਸ਼ੀ ਵਿੱਚ ਬਹੁਤੇ ਟੱਪਦੇ ਵੀ ਨਹੀਂ, ਛਾਲਾਂ ਵੀ ਨਹੀਂ ਜੇ ਮਾਰਦੇ। ਜੇ ਸੋਗ ਆ ਜਾਵੇ ਤੇ ਤਾਂ ਉਪਰਾਮ ਨਹੀਂ ਹੁੰਦੇ, ਉਹ ਆਪਣੀ ਅਵਸਥਾ ਨੂੰ ਬਰਾਬਰ ਬਣਾ ਕੇ ਰੱਖਦੇ ਹਨ। ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੈ। ਜੋ ਪ੍ਰਮਾਤਮਾ ਕਰਦਾ ਉਹਦੀ ਰਜ਼ਾ ਨੂੰ ਤੇਰਾ ਕੀਆ ਮਿੱਠਾ ਲਾਗੇ ਦਾ ਸਿਧਾਂਤ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ। ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੈ ਜੀਓ। ਫਿਰ ਸਤਿਗੁਰੂ ਜੀ ਇਹ ਸਮਝਾਉਣਾ ਕਰਦੇ ਹਨ, ਆਏ ਤਾਂ ਅਸੀਂ ਘਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੀ ਕਿ ਚਲੋ ਦਰਬਾਰ ਸਾਹਿਬ ਚੱਲਦੇ ਆਂ, ਆਏ ਇਸ਼ਨਾਨ ਕੀਤੇ ਕਰਨੇ ਚਾਹੀਦੇ ਨੇ, ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਹੋਏ, ਮੱਥਾ ਟੇਕਿਆ, ਜ਼ਰੂਰ ਟੇਕਣਾ ਵੀ ਚਾਹੀਦਾ, ਪਰ ਬੈਠ ਕੇ ਸ਼ਬਦ ਹੀ ਨਹੀਂ ਜੇ ਸੁਣਿਆ ਕੋਈ। ਆਏ ਜ਼ਰੂਰ ਆ, ਪਰ ਸਾਡੇ ਕੋਲ ਸਮਾਂ ਨਹੀਂ ਕਿ ਅਸੀਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ, ਵਿਚਾਰ ਸਰਵਣ ਕਰੀਏ। ਏਡਾ ਲੰਬਾ ਸਫ਼ਰ ਤੈਅ ਕਰਕੇ ਆਏ ਆ ਤੇ ਜਦੋਂ ਵਾਪਸ ਗਏ ਤੇ ਬਾਜ਼ਾਰ ਵਿੱਚੋਂ ਪਾਪੜ ਵੜੀਆਂ ਲੈ ਕੇ ਚਲ ਗਏ। ਕਹਿਣ ਦਾ ਭਾਵ ਇਹ ਹੈ, ਗੁਰਮੁਖ ਪਿਆਰ ਵਾਲਿਓ, ਜਦੋਂ ਅਸੀਂ ਗੁਰੂ ਦੀ ਸੰਗਤ ਕਰਨੀ ਹੈ, ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ, ਇਹਦੇ ਵਿੱਚ ਰਸ ਆਵੇ, ਇਹਦੇ ਵਿੱਚ ਆਨੰਦ ਆਵੇ, ਮਨ ਲੱਗ ਜਾਵੇ, ਬਾਰ-ਬਾਰ ਜੀ ਕਰੇ ਬਾਣੀ ਪੜਨ ਵਾਸਤੇ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਇਥਾ ਵਿਰਲੇ ਕਿਨੇ ਵਿਚਾਰਿਆ। ਦੂਜੇ ਲੱਗੇ, ਜਿਹੜੇ ਪ੍ਰਮਾਤਮਾ ਨੂੰ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਥਾਵਾਂ ਤੇ ਚਲ ਗਏ ਨੇ, ਭਟਕਦੇ ਫਿਰਦੇ ਨੇ। ਦਸਮ ਪਾਤਸ਼ਾਹੀ ਦਾ ਸਾਨੂੰ ਸੰਦੇਸ਼ ਹੈ, ਖਾਲਸਾ ਜੀ ਗੁਰੂ ਕਾ ਸਿੱਖ, ਕੇਵਲ ਤਾਂ ਕੇਵਲ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ। ਭੁੱਲ ਕੇ ਵੀ ਨਾ ਜਾਵੇ ਕਬਰਾਂ ਵਾਲੇ ਪਾਸੇ, ਮੜੀਆਂ ਵਾਲੇ ਪਾਸੇ। ਅਸੀਂ ਤਾਂ ਆਪਣੇ ਆਪਣੇ ਜਠੇਰੇ ਬਣਾਏ ਹੋਏ ਨੇ। ਜੇ ਪੁੱਛਿਆ ਜਾਵੇ ਇਹ ਕੀ ਹੈ, ਇਹ ਕਹਿੰਦੇ ਜੀ ਸਾਡੇ ਵੱਡੇ ਵਡੇਰੇ, ਪਰ ਤੁਸੀਂ ਤੇ ਕਹਿ ਦਿੱਤਾ ਤੁਹਾਡੇ ਵੱਡੇ ਵਡੇਰੇ ਨੇ,
ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਇਹ ਆ ਵੱਡੇ ਵਡੇਰੇ, ਤੇ ਸਤਿਗੁਰੂ ਜੀ ਨੇ ਆਖਿਆ ਨਹੀਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਦੂਜੇ ਭਾਏ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਰਕੇ ਮੜੀਆਂ ਮਸਾਣਾ ਕਬਰਾਂ ਦੇਵੀ ਦੇਵਤਿਆਂ ਨੂੰ ਪੂਜਦੇ ਹਨ, ਉਹ ਗੁਰੂ ਨੂੰ ਚੰਗੇ ਨਹੀਂ ਜੇ ਲੱਗਦੇ, ਗੁਰੂ ਨੂੰ ਨਹੀਂ ਜੇ ਭਾਉਂਦੇ। ਇਹ ਨਹੀਂ ਇੱਥੇ ਵੀ ਮੱਥਾ ਟੇਕਿਆ ਤੇ ਉੱਥੇ ਵੀ ਮੱਥਾ ਟੇਕਿਆ ਹੈ, ਕੇਵਲ ਤਾਂ ਕੇਵਲ ਦੂਜੀ ਛੋਟ ਕਵਾਟੜੀ, ਇੱਕ ਸਸਿਉਂ ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਮੈਂ ਰੁੜਦੇ ਵੇਖੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਥਾਂ ਥਾਂ ਤੇ ਭਟਕਦੇ। ਪਾਤਸ਼ਾਹੀ ਦਾ ਪਾਵਨ ਬਚਨ ਹੈ, ਦੂਜੇ ਭਾਏ ਦੁੱਖ ਹੋਏ, ਫਿਰ ਕੀ ਹੋਏਗਾ? ਦੁਖੀ ਹੁੰਦੇ ਨੇ ਬੰਦੇ, ਮਨੋ ਕਾਮਨਾ ਉਹਨਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ, ਲਾਲਸਾ ਪੂਰੀਆਂ ਨਹੀਂ ਹੁੰਦੀਆਂ, ਫਿਰ ਮਾਇਆ ਵੇੜੀ ਮਨੁੱਖਾਂ ਨੂੰ ਉਹ ਜਮ ਤਾੜਨਾ ਕਰਦਾ ਰਹਿੰਦਾ, ਉਹਨਾਂ ਵੱਲ ਤੱਕਦਾ ਰਹਿੰਦਾ ਹੈ। ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁਖ ਮੋਹਿਆ ਜੀਓ। ਉਹ ਜਿਹੜੇ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਊਟ ਆਸਰਾ ਛੱਡ ਕੇ ਦੂਸਰੇ ਪਾਸੇ ਚੱਲ ਗਏ ਨੇ ਨਾ, ਪਾਪੀ ਕਰਮ ਕਮਾਉਂਦੇ ਕਰਦੇ, ਹਾਏ ਹਾਏ, ਬਸ ਸਾਰੀ ਰਾਤ ਉਹਨਾਂ ਦੀ ਹਾਏ ਹਾਏ ਕਰਕੇ ਨਿਕਲ ਜਾਂਦੀ। ਉਹ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਕੀਤਾ ਹੁੰਦਾ, ਜੇ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਕੀਤਾ ਹੁੰਦਾ, ਉਹਨਾਂ ਦੇ ਅੰਦਰੋਂ ਹਾਏ ਹਾਏ ਨਹੀਂ ਸੀ ਨਿਕਲਣੀ। ਜਿਨ੍ਹਾਂ ਦੇ ਅੰਦਰੋਂ ਵਾਹਿਗੁਰੂ ਵਾਹਿਗੁਰੂ ਨਹੀਂ ਨਿਕਲਿਆ, ਉਹਨਾਂ ਦੇ ਅੰਦਰੋਂ ਹਾਏ 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 ਹੀ ਨਿਕਲਣੀ ਹੈ। ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ, ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ। ਮਾਇਆ ਦੇ ਵਿੱਚ ਉਹ ਗ੍ਰਸਤ ਹੋ ਕਰਕੇ ਆਪਣਾ ਜੀਵਨ ਅਜਾਈ ਗਵਾਰੇ ਹਨ। ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ। ਮਾਇਆ ਦੇ ਵਿੱਚ ਖਚਤ ਹੋ ਕਰਕੇ ਔਰ ਆਪਣਾ ਜੀਵਨ ਦੁੱਖਾਂ ਵਿੱਚ ਪਾ ਕਰਕੇ, ਹਉਮੈ ਦੇ ਵਿੱਚ ਗ੍ਰਸਤ ਹੋ ਕਰਕੇ ਮੈਂ ਮੇਰੀ ਦੀ ਰੱਟ ਲਾਉਂਦਿਆਂ ਹੋਇਆਂ ਸੰਸਾਰ ਤੋਂ ਚਲ ਗਏ। ਮੇਰੀ 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 ਮੇਰੀ, ਮੇਰੀ ਕੋਠੀ, ਮੇਰੀ ਜ਼ਮੀਨ, ਮੇਰੇ ਧੀਆਂ ਪੁੱਤਰ, ਮੇਰਾ ਘਰ, ਕੁਝ ਵੀ ਮੇਰਾ ਨਹੀਂ, ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜਿਨ੍ਹਾਂ ਨੇ ਤੇਰਾ ਤੇਰਾ ਕਹਿਤਾ ਉਹਨਾਂ ਦੀ ਗੱਲ ਬਣ ਗਈ, ਜਿਨ੍ਹਾਂ ਨੇ ਮੇਰਾ ਮੇਰਾ ਕਿਹਾ ਉਹ ਔਖੇ ਹੋ ਗਏ। ਜੋ ਪ੍ਰਭ ਦੇ ਤਿਸ ਚੇਤੈ ਨਾਹੀ, ਅੰਤ ਗਿਆ ਪਛੁਤਾਵੇ। ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇਕ ਰਾਮ ਪਰਾਇਆ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮੇਤ ਨਾ ਰਹਿਓ ਕੋਈ। ਭਾਈ ਬੰਦੀ ਹੇਤ ਚੁਕਾਇਆ, ਉਹ ਦੁਨੀਆ ਕਾਰਨ ਦੀਨ ਗਵਾਇਆ। ਸਤਿਗੁਰੂ ਜੀ ਫਰਮਾਵਨਾ ਕਰਦੇ, ਜਿਸ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਨਾ, ਉਹ ਦਾਤਾਂ ਲੈ ਕੇ ਹੁਣ ਮੁੱਕਰ ਗਿਆ, ਸ਼ੁਕਰਾਨਾ ਲੈ ਕਰਨਾ ਹੀ ਮੁੱਕਰ ਗਿਆ। ਕੇਤੇ ਲੈ ਲੈ ਮੁੱਕਰ ਪਾਏ, ਦਾਤਾਂ ਤੇ ਲੈ ਗਈਆਂ, ਹੁਣ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਹੀ ਭੁੱਲ ਗਿਆ ਕਿ ਮੈਂ ਗੁਰੂ ਦਾ ਸ਼ੁਕਰਾਨਾ ਹੀ ਕਰਿਆ ਵਾਂ। ਜੋ ਪ੍ਰਭ ਦੇ ਤਿਸ ਚੇਤੇ ਨਾਹੀ, ਅੰਤ ਗਿਆ ਪਛਤਾਵੈ। ਜਦੋਂ ਜੀਵਨ ਦਾ ਅੰਤ ਆਉਂਦਾ ਫਿਰ ਕੇਵਲ ਤਾਂ ਕੇਵਲ ਉਹ ਪਛਤਾਤਾਪ ਕਰਦੇ ਹਨ। ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲਤਰ ਮਾਇਆ ਤੋਹਿਆ। 8 ਤਰ੍ਹਾਂ ਦੇ ਰਿਸ਼ਤੇ ਨੇ ਜਿਹੜੇ ਗੁਰਬਾਣੀ ਨੇ ਦੱਸੇ ਨੇ, ਮਾਂ ਪਿਓ ਭੈਣ ਭਰਾ ਭਾਈ ਦੋਸਤ ਮਿੱਤਰ। ਕੋਈ ਜਾਣੈ ਕਵਨ ਹਿਆ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ, ਤਾਕੀ ਨਿਰਮਲ ਰੀਤ। ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੈ ਸਯੋਗੀ, ਅੰਤੇ ਕੋ ਨਾ ਸਹਾਈ। ਇਹਨਾਂ ਵਿੱਚ ਦੱਸੋ ਕਿਹੜਾ ਰਿਸ਼ਤਾ ਅੰਤ ਸਮੇਂ ਸਾਡੀ ਸਹਾਇਤਾ ਕਰ ਸਕਦਾ ਹੈ? ਕੋਈ ਨਹੀਂ। ਇਹ ਕੁਟੰਬ ਤੂੰ ਜੋ ਦੇਖਦਾ ਚੱਲੇ, ਨਾਹੀਂ ਤੇਰੇ ਨਾਲ ਸਾਥ ਤੇਰੇ ਚੱਲੇ, ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਰਹਿਣਾ ਜ਼ਰੂਰ ਹੈ ਪਰ ਚਿੱਤ ਨਹੀਂ ਸੀ ਲਾਉਣਾ, ਸੀ ਚਿੱਤ ਲਾ ਲਿਆ। ਇਸ ਕਰਕੇ ਅਸੀਂ ਦੁਖੀ ਹੁੰਨੇ ਹਾਂ। ਦੂਜੈ ਭਾਏ ਦੁਖ ਹੋਏ, ਮਨ ਮੁਖ ਜਮ ਜੋਹਿਆ ਜੀਓ। ਫਿਰ ਸਾਨੂੰ ਸਤਿਗੁਰੂ ਜੀ ਨੇ ਦਰਹਾਓ ਵਿੱਚ ਇਹ ਪੰਕਤੀਆਂ ਦਾ ਉਚਾਰਨ ਕੀਤਾ ਕਿ ਦੂਜੇ ਭਾਏ
ਸਾਡੇ ਦੁੱਖਾਂ ਦਾ ਮੂਲ ਕਾਰਨ ਕੀ ਹੈ? ਗੁਰਬਾਣੀ ਨਾਲੋਂ ਦੂਰ ਹੋ ਜਾਣਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰ ਜੇ ਗੁਰਬਾਣੀ ਪੜ੍ਹ ਲਈਏ, ਗੁਰਬਾਣੀ ਸੁਣ ਲਈਏ, ਫਿਰ ਕੀ ਹੋਏਗਾ? ਦੁੱਖ ਰੋਗ ਸੰਤਾਪ ਹੀ ਉਤਰੇ। ਸੁਣੀ ਸੱਚੀ ਬਾਣੀ। ਫਿਰ ਇਲਾਜ ਵੀ ਦੱਸਿਆ ਹੈ ਕਿ ਦੁੱਖਾਂ ਨੂੰ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਬੰਨਾ ਦਾ ਭਾਵ ਹੈ ਜਿਵੇਂ ਆਪਾਂ ਬੰਨਾ ਖੇਤ ਦੇ ਆਲੇ ਦੁਆਲੇ ਲਾਉਂਦੇ ਆ ਕਿ ਪਾਣੀ ਬਾਹਰ ਨਾ ਆਵੇ, ਉਹਨੂੰ ਵੀ ਬੰਨਾ ਕਹਿੰਦੇ ਆ, ਪੁੱਤਰ ਨੂੰ ਵੀ ਬੰਨਾ ਕਹਿੰਦੇ ਆ। ਹੁਣ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਆ ਕਿ ਦੁੱਖ ਮੇਰੇ ਸਰੀਰ ਦੇ ਅੰਦਰ ਨਾ ਆਉਣ। ਗੁਰੂ ਸਾਹਿਬ ਜੀ ਨੇ ਹੁਣ ਬੰਨ ਮਾਰ ਦਿੱਤਾ ਹੈ ਕਿ ਮੇਰੇ ਘਰ ਵਿੱਚ ਵੀ ਨਾ ਆਉਣ, ਮੇਰੇ ਸਰੀਰ ਦੇ ਵਿੱਚ ਵੀ ਨਾ ਆਉਣ, ਕਿਉਂਕਿ ਮੈਂ ਨਾਮ ਜਪਦਾ। ਇਸ ਕਰਕੇ ਗੁਰੂ ਸ਼ਬਦ ਦਾ ਬੰਨਾ ਐਸਾ ਮਾਰਿਆ ਕਿ ਦੁੱਖ ਹੁਣ ਆਉਂਦੇ ਨਹੀਂ। ਜਿਹੜੇ ਦੁੱਖ ਅੰਦਰ ਡੇਰਾ ਲਾ ਕੇ ਬੈਠੇ ਸਨ, ਜਾਣ ਦਾ ਨਾਂ ਨਹੀਂ ਸੀ ਲੈਂਦੇ, ਉਹਨਾਂ ਨੂੰ ਸਤਿਗੁਰੂ ਜੀ ਨੇ ਉਹਨਾਂ ਦਾ ਡੇਰਾ ਚੁਕਾ ਦਿੱਤਾ ਹੈ। ਤੋ ਸਤਿਗੁਰੂ ਜੀ ਇਸ ਕਰਕੇ ਸਮਝਾ ਰਹੇ ਨੇ ਕਿ ਭਾਈ ਦੂਜੇ ਪਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ। ਕਰ ਕਿਰਪਾ ਲੇਹੁ ਮਿਲਾਏ, ਮਹਿਲ ਹਰ ਪਾਇਆ ਜੀਓ। ਹੁਣ ਇੱਕ ਤਰਲਾ ਹੈ, ਇੱਕ ਬੇਨਤੀ ਹੈ, ਇੱਕ ਅਰਦਾਸ ਹੈ, ਮਹਾਰਾਜ ਕਰ ਕਿਰਪਾ। ਹਮ ਅਵਗਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਕਿਰਪਾ ਕਰੋ ਮਹਾਰਾਜ, ਤੁਸੀਂ ਕਿਰਪਾ ਕਰੋ। ਸਾਨੂੰ ਤੁਹਾਡੇ ਤੋਂ ਵਿਛੜੇ ਹਾਂ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਮਹਾਰਾਜ ਵਿਛੜੇ ਹੋਏ ਸਾਂ, ਕਈ ਜਨਮ ਵਿਛੜੇ ਹੋਏ ਸਾਂ। ਹੁਣ ਤੁਹਾਨੂੰ ਇਹ ਮਿਲਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਆਪਣੇ ਘਰ, ਆਪਣੇ ਮਹਿਲ, ਆਪਣੇ ਹਿਰਦੇ ਦੇ ਅੰਦਰ ਮਿਲਾਣਾ ਕਰ ਲਓ। ਸਦਾ ਰਹਿ ਕਰ ਜੋੜ, ਪ੍ਰਭ ਮਨ ਪਾਇਆ ਜੀਓ। ਪ੍ਰਭੂ ਪਰਮਾਤਮਾ ਨੂੰ ਉਹੀ ਚੰਗੇ ਲੱਗਦੇ ਨੇ ਜਿਹੜੇ ਪਰਮਾਤਮਾ ਦੇ ਦਰ ਤੇ ਆ ਕਰਕੇ ਹਮੇਸ਼ਾ ਹੱਥ ਜੋੜ ਕੇ ਖੜੇ ਰਹਿੰਦੇ ਨੇ। ਹੱਥ ਜੋੜ ਕੇ ਖੜੇ, ਹੱਥ ਜੋੜ ਕੇ ਮੱਥਾ ਟੇਕਣ ਦਾ ਮਤਲਬ ਹੈ ਮਹਾਰਾਜ ਅਸੀਂ ਤੇਰਾ ਸਾਰਾ ਹੁਕਮ ਮੰਨਾਂਗੇ। ਹੱਥ ਜੋੜ ਕੇ ਫਤਿਹ ਬੁਲਾਉਣ ਦਾ ਮਤਲਬ ਇਹ ਵੀ ਹੈ ਕਿ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵੀ ਕਰ ਦੇਣਾ। ਸਤਿਗੁਰੂ ਇਸ ਕਰਕੇ ਸਮਝਾ ਰਹੇ ਨੇ, ਸਦਾ ਰਹੇ ਕਰ ਜੋੜ, ਪ੍ਰਭ ਮਨ ਪਾਇਆ ਜੀਓ। ਪ੍ਰਭ ਮਨ ਭਾਵੈ ਤਾ ਹੁਕਮ ਸੁਮਾਵੈ, ਹੁਕਮ ਮਨ ਸੁਖ ਪਾਇਆ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਨ੍ਹਾਂ ਨੇ ਹੁਕਮ ਮੰਨ ਲਿਆ, ਜਿਨ੍ਹਾਂ ਨੇ ਹੁਕਮ ਕੇਵਲ ਸੁਣਿਆ ਹੈ ਤੇ ਮੰਨਿਆ ਨਹੀਂ ਨਾ, ਉਹਨਾਂ ਦੀ ਗੱਲ ਨਹੀਂ ਜੇ ਬਣਨੀ। ਜਿਨ੍ਹਾਂ ਨੇ ਹੁਕਮ ਨੂੰ ਮੰਨ ਲਿਆ ਉਹਨਾਂ ਨੂੰ ਸੁਖ ਪ੍ਰਾਪਤ ਹੋਇਆ। ਅਨ ਦਿਨ ਜਪਤ ਰਹਿ ਦਿਨ ਰਾਤ, ਅਨ ਦਿਨ ਜਪਤ ਰਹਿ ਦਿਨ ਰਾਤੀ। ਸਹਿਜ ਨਾਮ ਧਿਆਇਆ। ਦਿਨ ਰਾਤ ਪ੍ਰਭੂ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਸਹਿਜ ਦੇ ਵਿੱਚ ਹੀ ਆਪਣੇ ਜੀਵਨ ਨੂੰ, ਮਨ ਨੂੰ ਟਿਕਾ ਲੈਂਦੇ ਹਨ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ। ਪ੍ਰਭੂ ਪਰਮੇਸ਼ਰ ਦੇ ਨਾਮ ਜਪਣ ਦੇ ਨਾਲ ਹੀ ਵਡਿਆਈ ਮਿਲਣੀ ਹੈ, ਉਹਦੇ ਨਾਲ ਹੀ ਸੋਭਾ ਹੋਣੀ ਹੈ। ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਨੇ, ਨਾਨਕ ਨਾਮ ਮਨ ਭਾਵੈ, ਉਹਨਾਂ ਦੇ ਮਨ ਨੂੰ ਨਾਮ ਚੰਗਾ ਲੱਗਣ ਲੱਗ ਪੈਂਦਾ ਹੈ। ਹਰ ਕਿਰਪਾ ਲੇਹੁ ਮਿਲਾਏ, ਮਹਿਲ ਹਰ ਪਾਵੈ ਜੀਓ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੈ ਜੀਓ। ਵਾਹਿਗੁਰੂ ਜੀ ਕਿਰਪਾ ਕਰੋ, ਮਿਹਰ ਕਰੋ, ਸਾਨੂੰ ਵਿਛੜਿਆਂ ਨੇ ਆਪਣੇ ਨਾਲ ਮਿਲਾ ਲਓ। ਕੋਟਾਨ ਕੋਟਨ ਧੰਨਵਾਦ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਕੋਟਾਨ ਕੋਟਨ ਧੰਨਵਾਦ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸ਼ਬਦ ਅਰਥ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ। ਆਓ ਲਾਸ ਪੰਕਤੀਆਂ ਪੜ੍ਹ ਕੇ ਖਿਮਾ ਦੇ ਜਾਚਕ ਹੋਈਏ ਜੀ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੈ।
ਕਰ ਕਿਰਪਾ ਲਿਓ ਮਿਲਾਏ, ਮਹਿਲ ਹਰ ਪਾਵੈ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।